Good morning, dear students. Today we will continue our chapter 2 accounting terms and your next term is loss. Loss ਬੱਚੇ ਕੀ ਹੁੰਦਾ? Loss ਦਾ ਮਤਲਬ ਹੁੰਦਾ ਜੋ ਵੀ ਸਾਨੂੰ ਘਾਟਾ ਪੈਂਦਾ, ਜੋ ਵੀ ਸਾਡਾ ਨੁਕਸਾਨ ਹੁੰਦਾ। ਤਾਂ loss means unwanted burden on the business ਕਿ ਕੋਈ ਬਿਜ਼ਨਸਮੈਨ ਨਹੀਂ ਚਾਹੁੰਦਾ ਹੁੰਦਾ ਕਿ ਮੈਨੂੰ loss ਹੋਵੇ। ਅਨਵਾਂਟਡ ਹੁੰਦਾ ਬਟ ਜਦੋਂ ਵੀ ਸਾਨੂੰ ਲੋਸ ਹੁੰਦਾ ਤਾਂ ਸਾਨੂੰ ਰੈਵਨਿਊ ਕੋਈ ਨਹੀਂ ਜਨਰੇਟ ਹੁੰਦੀ, ਸਗੋਂ ਦੀ ਜੋ ਸਾਡੀ ਇਨਕਮ ਆ ਉਹ ਘਟਦੀ ਆ। ਲੋਸ ਦਾ ਮਤਲਬ ਜੋ ਵੀ ਸਾਨੂੰ ਨੁਕਸਾਨ ਹੁੰਦਾ ਹੈਗਾ, ਜਿੱਦਾਂ ਕੋਈ ਕਸਟਮਰ ਨਹੀਂ ਆਉਂਦੇ, ਕਸਟਮਰ ਖਰਾਬ ਹੋ ਜਾਂਦੇ ਆ ਤਾਂ ਵੀ ਆਪਾਂ ਨੂੰ ਲੋਸ ਆ। ਲੋਸ ਦੀਆਂ ਰਾਜੇ 2 ਕਾਈਂਡਸ ਆ, ਨਾਰਮਲ ਲੋਸ ਐਂਡ ਅਬਨੋਰਮਲ ਲੋਸ। ਨੋਰਮਲ ਲੋਸ ਕੀ ਹੁੰਦਾ? ਨੋਰਮਲ ਲੋਸ ਉਹ ਹੁੰਦਾ ਵਿਚ ਇਜ਼ ਡਿਊ ਟੂ ਨੇਚਰ ਆਫ ਅ ਪ੍ਰੋਡਕਟ ਕਿ ਜਿਹੜਾ ਥੋੜ੍ਹਾ ਬਹੁਤ ਲੋਸ ਹੋਣਾ ਹੀ ਹੋਣਾ, ਵਿਚ ਇਜ਼ ਅਨਕੰਟਰੋਲੇਬਲ, ਜਿਹਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਅਵੈਪੋਰੇਸ਼ਨ, ਲੀਕੇਜ। ਜਦੋਂ ਆਪਾਂ ਵਹੀਕਲ ਦੇ ਵਿੱਚ ਪੈਟਰੋਲ ਪਵਾਉਂਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿਹੜਾ ਪੈਟਰੋਲ ਆ ਉਹ ਅਵੈਪੋਰੇਟ ਹੁੰਦਾ। ਹੁਣ ਜਿੰਨੇ ਟਾਈਮ ਦੇ ਵਿੱਚ ਉਹ ਪੈਟਰੋਲ ਵਾਲੀ ਪਾਈਪ ਵਿੱਚੋਂ ਨਿਕਲ ਕੇ ਆਪਾਂ ਆਪਣਾ ਜਿਹੜਾ ਹੈਗਾ ਉਹਨੂੰ ਟੈਂਕੀ ਨੂੰ ਬੰਦ ਕਰਨਾ, ਉਨੇ ਟਾਈਮ ਦੇ ਵਿੱਚ ਥੋੜ੍ਹਾ ਬਹੁਤਾ ਪੈਟਰੋਲ ਤਾਂ ਅਵੈਪੋਰੇਟ ਹੋਏਗਾ ਹੀ ਹੋਏਗਾ, ਉਹਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਲੀਕੇਜ, ਜਿੱਦਾਂ ਆਪਾਂ ਸਿਲੰਡਰ ਚੇਂਜ ਕਰਦੇ ਹਾਂ ਤਾਂ ਥੋੜ੍ਹੀ ਬਹੁਤੀ ਲੀਕੇਜ ਤਾਂ ਚੇਂਜ ਕਰਦੇ ਟਾਈਮ ਹੁੰਦੀ ਆ। ਤਾਂ ਇਹ ਚੀਜ਼ਾਂ ਹੈਗੀਆਂ ਜੋ ਸਾਡੇ ਕੋਲੇ ਨੋਰਮਲੀ ਆ, ਅਨਕੰਟਰੋਲੇਬਲ ਆ, ਜਿਨ੍ਹਾਂ ਨੂੰ ਅਸੀਂ ਕਿਸੇ ਵੀ ਢੰਗ ਨਾਲ ਕੰਟਰੋਲ ਨਹੀਂ ਕਰ ਸਕਦੇ। ਬਟ ਅਬਨੋਰਮਲ ਲੋਸ ਉਹ ਆ ਜਿਹੜਾ ਸਾਡੀ ਕੇਅਰਲੈਸ ਕਰਕੇ ਹੁੰਦਾ ਜਾਂ ਸਾਡੀ ਮਿਸ ਹੈਪਨਿੰਗ ਕਰਕੇ ਹੁੰਦਾ। ਫੋਰ ਐਗਜ਼ਾਮਪਲ ਕੋਈ ਇੰਪਲੋਈ ਸਿਗਰਟ ਸਿੱਟ ਦੇਵੇ ਤਾਂ ਅੱਗ ਲੱਗ ਕੇ ਤਾਂ ਨੁਕਸਾਨ ਹੋਏਗਾ ਹੀ ਹੋਏਗਾ, ਜਾਂ ਸਾਡੇ ਇੰਪਲੋਈਜ਼ ਆ ਜਿਹੜੇ ਉਹ ਓਨੈਸਟ ਨਹੀਂ ਹੈਗੇ ਤਾਂ ਚੋਰੀ ਵਗੈਰਾ ਨਾਲ ਨੁਕਸਾਨ ਹੋਏਗਾ, ਜਾਂ ਅਸੀਂ ਕੋਈ ਕੱਚ ਦੀ ਚੀਜ਼ ਜਾਣਬੁੱਝ ਕੇ ਉੱਪਰੋਂ ਸਿੱਟੀਏ। ਤਾਂ ਜਿਹੜੀ ਚੀਜ਼ ਸਾਡੀ ਗਲਤੀ ਕਰਕੇ ਹੁੰਦੇ ਆ, ਸਾਡੀ ਕੇਅਰਲੈਸ ਕਰਕੇ ਹੁੰਦੇ ਆ, ਜਾਣਬੁੱਝ ਕੇ ਹੁੰਦੇ ਆ, ਵਿਚ ਕੈਨ ਬੀ ਕੰਟਰੋਲ, ਜਿਹੜੇ ਕੰਟਰੋਲੇਬਲ ਆ, ਦੈਟ ਆਰ ਅਬਨੋਰਮਲ ਲੋਸਿਸ। ਨੋਰਮਲ ਲੋਸ ਜਿਨ੍ਹਾਂ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ। ਨੈਕਸਟ ਟਰਮ ਇਜ਼ ਪਰਚੇਜ਼। ਪਰਚੇਜ਼ ਰਾਜੇ ਕੀ ਹੁੰਦਾ? ਪਰਚੇਜ਼ ਮੀਨਸ ਖਰੀਦਣਾ, ਬਟ ਅਕਾਊਂਟ ਦੇ ਵਿੱਚ ਅਸੀਂ ਪਰਚੇਜ਼ ਕੀ ਲਵਾਂਗੇ? ਅਕਾਊਂਟ ਦੇ ਵਿੱਚ ਪਰਚੇਜ਼ ਰੈਫਰਸ ਟੂ ਟੋਟਲ ਅਮਾਊਂਟ ਆਫ ਗੁੱਡਸ obtained by enterprise for resale purpose ਜਾਂ total amount of goods bought by business to resale। ਜਿਹੜੀਆਂ ਚੀਜ਼ਾਂ ਬਿਜ਼ਨਸ ਅੱਗੇ ਵੇਚਣ ਲਈ ਖਰੀਦਦਾ, ਅਸੀਂ ਸਿਰਫ ਉਹ ਪਰਚੇਜ਼ ਦੇ ਵਿੱਚ ਇਨਕਲੂਡ ਕਰਨੀਆਂ। ਹੁਣ ਦੇਖੋ, ਇੱਕ ਕੱਪੜਾ ਵੇਚਣ ਵਾਲਾ ਉਹ ਫਰਨੀਚਰ ਵੀ ਖਰੀਦੇਗਾ, ਉਹ ਕੱਪੜਾ ਵੀ ਖਰੀਦੇਗਾ, ਪਰ ਫਰਨੀਚਰ ਨੂੰ ਉਹਨੇ ਖਰੀਦ ਕੇ ਆਪਦੇ ਕੋਲ ਰੱਖਣਾ, ਉਹਨੂੰ ਅੱਗੇ ਰੀਸੇਲ ਨਹੀਂ ਨਾ ਕਰਨਾ, ਤਾਂ ਫਿਰ ਉਹ ਉਹਦੀ ਪਰਚੇਜ਼ ਨਹੀਂ ਹੈਗੀ। ਫਰਨੀਚਰ ਉਹਦਾ ਐਸੇਟ ਆ, ਬਟ ਕੱਪੜਾ ਉਹਨੇ ਪਰਚੇਜ਼ ਕਰਕੇ ਅੱਗੇ ਰੀਸੇਲ ਕਰਨਾ, ਅੱਗੇ ਵੇਚਣਾ, ਇਟ ਮੀਨਸ ਉਹ ਉਹਦੀ ਕੀ ਆ? ਪਰਚੇਜ਼ ਆ। ਤਾਂ ਪਰਚੇਜ਼ ਇਨਕਲੂਡ ਓਨਲੀ ਦੋਜ਼ ਗੁੱਡਸ ਐਂਡ ਸਰਵਿਸ ਵਿਚ ਆਰ ਪਰਚੇਜ਼ਡ ਫॉर ਰੀਸੇਲ ਪਰਪਸ, ਜਿਹਨੂੰ ਅਸੀਂ ਅੱਗੇ ਦੁਬਾਰਾ ਵੇਚਣਾ। ਪਰਚੇਜ਼ 2 ਟਾਈਪਸ ਦੀ ਆ, ਕੈਸ਼ ਪਰਚੇਜ਼ ਔਰ ਕ੍ਰੈਡਿਟ ਪਰਚੇਜ਼। ਇਫ ਵੀ ਪੇਡ ਅਮਾਊਂਟ ਇਮੀਡੀਏਟਲੀ, ਅਗਰ ਅਸੀਂ ਇਮੀਡੀਏਟਲੀ ਪੇਮੈਂਟ ਕਰਾਂਗੇ ਤਾਂ ਉਹ ਕੈਸ਼ ਪਰਚੇਜ਼ ਆ। ਇਫ ਵੀ ਪੇਡ ਦਾ ਅਮਾਊਂਟ ਆਫ ਪਰਚੇਜ਼ ਔਨ ਐਨੀ ਫਿਊਚਰ ਡੇਟ, ਅਗਰ ਅਸੀਂ ਫਿਊਚਰ ਦੇ ਵਿੱਚ 10-15 ਦਿਨਾਂ ਬਾਅਦ ਪੇਮੈਂਟ ਕਰਨੀ ਹੈ, ਦੈਟ ਇਜ਼ ਕ੍ਰੈਡਿਟ ਪਰਚੇਜ਼। ਦੈਨ ਸਿਮਿਲਰਲੀ ਜਿਹੜੀ ਪਰਚੇਜ਼ ਆ ਵਿਦ ਇਨ ਕੰਟਰੀ ਵੀ ਹੋ ਸਕਦੀ ਆ, ਆਊਟਸਾਈਡ ਕੰਟਰੀ ਵੀ ਹੋ ਸਕਦੀ ਆ। ਅਗਰ ਅਸੀਂ ਆਪਣੇ ਹੀ ਕੰਟਰੀ ਦੇ ਵਿੱਚ ਸੇਲ ਕਰ ਰਹੇ ਹਾਂ, ਆਪਣੇ ਹੀ ਸਟੇਟ 'ਚ ਸੇਲ ਕਰ ਰਹੇ ਹਾਂ, ਦੈਨ ਦੈਟ ਇਜ਼ ਵਿਦਿਨ ਦਾ ਕੰਟਰੀ। ਅਗਰ ਅਸੀਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਨੂੰ ਇੰਪੋਰਟ ਐਕਸਪੋਰਟ ਕਰ ਰਹੇ ਹਾਂ, ਦੈਨ ਦੈਟ ਇਜ਼ ਆਊਟਸਾਈਡ ਦਾ ਕੰਟਰੀ। ਦੈਨ ਆ ਗਈਆਂ ਸੇਲਸ। ਸੇਲਸ ਦਾ ਮਤਲਬ ਕੀ ਹੈ ਰਾਜੇ? ਸੇਲ ਦਾ ਮਤਲਬ ਹੁੰਦਾ ਵੇਚਣਾ। ਤਾਂ ਜਿੰਨੇ ਪੈਸਿਆਂ ਦੀਆਂ ਗੁੱਡਸ ਤੁਸੀਂ ਸੇਲ ਕਰਤੀਆਂ, ਦਾ ਟੋਟਲ ਅਮਾਊਂਟ ਆਫ ਗੁੱਡਸ ਸੋਲਡ, ਜਿੰਨੀਆਂ ਵੀ ਅਸੀਂ ਚੀਜ਼ਾਂ ਵੇਚਤੀਆਂ ਵਿਦਿਨ ਪਰਟੀਕੂਲਰ ਟਾਈਮ, ਦੈਟ ਇਜ਼ ਆਵਰ ਸੇਲ। ਜਿੰਨਾ ਚੀਜ਼ਾਂ ਦਾ ਅਸੀਂ ਬਿਜ਼ਨਸ ਕਰਦੇ ਹਾਂ, ਫੋਰ ਐਗਜ਼ਾਮਪਲ ਫੁੱਟਵੀਅਰ ਵਾਲਾ ਫੁੱਟਵੀਅਰ ਦੀ ਸੇਲ ਕਰਕੇ ਜਿਹੜਾ ਪੈਸਾ ਅਰਨ ਕਰੂਗਾ, ਉਹ ਪੈਸੇ ਨੂੰ ਅਸੀਂ ਸੇਲ ਦੇ ਵਿੱਚ ਇਨਕਲੂਡ ਕਰਾਂਗੇ। ਸੇਲ ਵੀ 2 ਟਾਈਪਸ ਦੀ ਹੈ, ਕੈਸ਼ ਸੇਲ ਐਂਡ ਕ੍ਰੈਡਿਟ ਸੇਲ। ਅਗਰ ਅਸੀਂ ਇਮੀਡੀਏਟਲੀ ਪੇਮੈਂਟ ਰਿਸੀਵ ਕਰ ਲਈ, ਦੈਨ ਦੈਟ ਇਜ਼ ਆਵਰ ਕੈਸ਼ ਸੇਲ। ਅਗਰ ਸਾਨੂੰ ਪੇਮੈਂਟ ਐਨੀ ਫਿਊਚਰ ਡੇਟ 'ਤੇ ਰਿਸੀਵ ਹੋਣੀ ਹੈ, ਦੈਨ ਦੈਟ ਇਜ਼ ਕ੍ਰੈਡਿਟ ਸੇਲ। ਐਂਡ ਸਿਮਿਲਰਲੀ ਸੇਲਸ ਵੀ ਹੈ ਜਿਹੜੀ ਉਹ ਵਿਦ ਇਨ ਕੰਟਰੀ ਵੀ ਹੋ ਸਕਦੀ ਆ, ਆਊਟਸਾਈਡ ਦਾ ਕੰਟਰੀ ਵੀ ਹੋ ਸਕਦੀ ਆ। ਦੈਨ ਨੈਕਸਟ ਇਜ਼ ਗੁੱਡਸ ਅਕਾਊਂਟ। ਗੁੱਡਸ ਦਾ ਮਤਲਬ ਰਾਜੇ ਕੀ ਹੁੰਦਾ? ਗੁੱਡਸ ਦਾ ਮਤਲਬ ਹੈਗਾ ਸਮਾਨ। ਆਮ ਲੈਂਗੁਏਜ ਦੇ ਵਿੱਚ ਅਸੀਂ ਹਰ ਚੀਜ਼ ਨੂੰ ਸਮਾਨ ਕਹਿੰਦੇ ਆ। ਫਰਨੀਚਰ ਵੀ ਗੁੱਡਸ, ਬਿਲਡਿੰਗ ਵੀ ਗੁੱਡਸ, ਇਨਵੈਸਟਮੈਂਟ ਵੀ ਗੁੱਡਸ, ਕੱਪੜਾ ਵੀ ਗੁੱਡਸ, ਸ਼ੂਜ਼ ਵੀ ਗੁੱਡਸ। ਬਟ ਅਕਾਊਂਟੈਂਸੀ ਦੇ ਵਿੱਚ ਗੁੱਡਸ ਸਿਰਫ ਉਸ ਆਰਟੀਕਲ ਨੂੰ ਲਿਆ ਜਾਏਗਾ, ਉਸ ਥਿੰਗ ਨੂੰ ਲਿਆ ਜਾਏਗਾ ਵਿਚ ਆਰ ਪਰਚੇਜ਼ਡ ਬਾਈ ਬਿਜ਼ਨਸ ਫॉर ਰੀਸੇਲ ਪਰਪਸ। ਜਿਹੜੀ ਚੀਜ਼ ਨੂੰ ਬਿਜ਼ਨਸ ਨੇ ਦੁਬਾਰਾ ਵੇਚਣ ਲਈ ਖਰੀਦਿਆ, ਜਿਹੜੇ ਆਰਟੀਕਲ ਨੂੰ ਬਿਜ਼ਨਸ ਨੇ ਦੁਬਾਰਾ ਵੇਚਣ ਲਈ ਖਰੀਦਿਆ, ਅਸੀਂ ਸਿਰਫ ਉਸੇ ਆਰਟੀਕਲ ਨੂੰ ਗੁੱਡਸ ਦੇ ਵਿੱਚ ਇਨਕਲੂਡ ਕਰਾਂਗੇ। ਫੋਰ ਐਗਜ਼ਾਮਪਲ ਕਲੋਥ ਇਜ਼ ਗੁੱਡ ਫॉर ਕਲੋਥ ਸੈਲਰ, ਐਨੀ ਸ਼ੂ ਇਜ਼ ਗੁੱਡ ਫॉर ਫੁੱਟਵੀਅਰ ਸੈਲਰ। ਦੈਨ ਨੈਕਸਟ ਟਰਮ ਇਜ਼ ਸਟਾਕ।
ਸਟਾਕ ਦਾ ਮਤਲਬ ਰਾਜੇ ਕੀ ਹੁੰਦਾ, ਹੁਣ ਸਾਨੂੰ ਪਤਾ ਜੋ ਵੀ ਬਿਜ਼ਨਸਮੈਨ ਆ, ਜੋ ਵੀ ਸ਼ਾਪਕੀਪਰ ਆ, ਉਹ ਜਿੰਨੀਆਂ ਵੀ ਗੁੱਡਸ ਪਰਚੇਸ ਕਰਦਾ ਉਹਦੀ ਇਹੀ ਟਰਾਈ ਹੁੰਦੀ ਆ ਕਿ ਉਹ ਸਾਰੀਆਂ ਗੁੱਡਸ ਰੀਸੇਲ ਹੋ ਜਾਣ। ਉਹਨੇ ਸਾਰੀਆਂ ਗੁੱਡਸ ਪਰਪਸ ਆਫ ਰੀਸੇਲ ਲਈ ਹੀ ਪਰਚੇਸ ਕੀਤੀਆਂ, ਬਟ ਈਅਰ ਖਤਮ ਹੋ ਜਾਂਦਾ, ਸੀਜ਼ਨ ਆਫ ਹੋ ਜਾਂਦਾ, ਸਾਰੀਆਂ ਚੀਜ਼ਾਂ ਤਾਂ ਸੇਲ ਨਹੀਂ ਹੁੰਦੀਆਂ। ਦੈਨ ਦਾ ਗੁੱਡਸ ਵਿਚ ਆਰ ਰਿਮੇਨਡ ਅਨਸੋਲਡ, ਤਾਂ ਜਿਹੜੀਆਂ ਚੀਜ਼ਾਂ ਅਨਸੋਲਡ ਰਹਿ ਗਈਆਂ, ਜਿਹੜੀਆਂ ਹਜੇ ਸੇਲ ਨਹੀਂ ਹੋਈਆਂ, ਉਹਨਾਂ ਗੁੱਡਸ ਨੂੰ ਅਸੀਂ ਕੀ ਕਹਿੰਦੇ ਆ, ਸਟਾਕ। ਸਟਾਕ ਦਾ ਮਤਲਬ ਕੀ ਹੈ ਕਿ ਜੋ ਚੀਜ਼ਾਂ ਸਾਡੇ ਕੋਲੇ ਅਨਸੋਲਡ ਰਹਿ ਗਈਆਂ, ਸਾਲ ਖਤਮ ਹੋ ਗਿਆ ਬਟ ਉਹ ਗੁੱਡਸ ਸੇਲ ਨਹੀਂ ਹੋਈਆਂ, ਬਿਜ਼ਨਸ ਦੇ ਵਿੱਚ ਹੀ ਪਈਆਂ ਰਹਿ ਗਈਆਂ, ਉਹਨੂੰ ਅਸੀਂ ਕਹਿੰਦੇ ਆ ਸਟਾਕ। ਸਟਾਕ ਨੂੰ ਜਦੋਂ ਵੀ ਅਸੀਂ ਬੁੱਕਸ ਦੇ ਵਿੱਚ ਰਿਕਾਰਡ ਕਰਨਾ ਤਾਂ ਅਸੀਂ ਦੇਖਾਂਗੇ ਕੋਸਟ ਪ੍ਰਾਈਸ ਔਰ ਮਾਰਕੀਟ ਪ੍ਰਾਈਸ ਵਿਚ ਐਵਰ ਇਜ਼ ਲੈਸ। ਜਿੰਨੇ ਦਾ ਅਸੀਂ ਖੁਦ ਉਹ ਸਟਾਕ ਪਰਚੇਸ ਕੀਤਾ, ਜਿੰਨੇ ਦਾ ਹੁਣ ਮਾਰਕੀਟ 'ਚ ਸੇਲ ਹੁੰਦਾ ਪਿਆ, ਇਹਨਾਂ ਦੋਨਾਂ 'ਚੋਂ ਜਿਹੜਾ ਪ੍ਰਾਈਸ ਲੈਸ ਹੋਏਗਾ ਉਹ ਪ੍ਰਾਈਸ 'ਤੇ ਅਸੀਂ ਸਟਾਕ ਨੂੰ ਬੁੱਕਸ ਦੇ ਵਿੱਚ ਰਿਕਾਰਡ ਕਰਾਂਗੇ। ਦੈਨ ਸਟਾਕ ਦੀਆਂ ਅੱਗੇ 3 ਟਾਈਪਸ ਆ, ਸਟਾਕ ਆਫ ਰॉ ਮਟੀਰੀਅਲ, ਸਟਾਕ ਆਫ ਵਰਕ ਇਨ ਪ੍ਰੋਗਰੈਸ, ਸਟਾਕ ਆਫ ਫਿਨਿਸ਼ਡ ਗੁੱਡਸ। ਰॉ ਮਟੀਰੀਅਲ ਰਾਜੇ ਕੀ ਹੁੰਦਾ, ਰॉ ਮਟੀਰੀਅਲ ਦਾ ਮਤਲਬ ਕੱਚਾ ਮਾਲ। ਹੁਣ ਅਗਰ ਕੋਈ ਬਿਜ਼ਨਸ ਖੁਦ ਮੈਨੂਫੈਕਚਰਿੰਗ ਕਰਕੇ ਸੇਲ ਕਰਦਾ, ਆਪ ਸਭ ਕੁਝ ਮੈਨੂਫੈਕਚਰ ਕਰਦਾ, ਆਪ ਸਭ ਕੁਝ ਬਣਾਉਂਦਾ ਹੈਗਾ ਵਾ, ਤਾਂ ਉਹਦੇ ਕੋਲ ਕਈ ਵਾਰੀ ਕੀ ਹੁੰਦਾ ਹੈਗਾ ਕਿ ਸਾਲ ਖਤਮ ਹੋ ਜਾਂਦਾ ਬਟ ਕੁਝ ਰॉ ਮਟੀਰੀਅਲ ਬਿਲਕੁਲ ਅਨਯੂਜ਼ਡ ਪਿਆ ਹੁੰਦਾ, ਜਿਹਦੇ ਤੇ ਹਜੇ ਪ੍ਰੋਸੈਸ ਸਟਾਰਟ ਹੀ ਨਹੀਂ ਹੋਈ। ਤਾਂ ਜਿੰਨਾ ਰॉ ਮਟੀਰੀਅਲ ਉਹਨਾਂ ਕੋਲੇ ਬਿਲਕੁਲ ਅਨਯੂਜ਼ਡ ਪਿਆ, ਅਨਟੱਚ ਪਿਆ, ਦੈਟ ਇਜ਼ ਕਲੋਜ਼ਿੰਗ ਸਟਾਕ ਆਫ ਰॉ ਮਟੀਰੀਅਲ। ਸਟਾਕ ਆਫ ਵਰਕ ਇਨ ਪ੍ਰੋਗਰੈਸ, ਹੁਣ ਜਿੱਦਾਂ ਆਪਾਂ ਨੂੰ ਪਤਾ ਕਿ ਕਈ ਵਾਰੀ ਕਿਸੇ ਰॉ ਮਟੀਰੀਅਲ ਤੇ ਕਾਫੀ ਸਾਰੀਆਂ ਪ੍ਰੋਸੈਸਿਸ ਹੁੰਦੀਆਂ। ਫੋਰ ਐਗਜ਼ਾਮਪਲ ਕਾਟਨ, ਕਾਟਨ ਤੋਂ ਪਹਿਲਾਂ ਥਰੈਡ ਬਣਦਾ, ਫਿਰ ਥਰੈਡ ਤੋਂ ਕੱਪੜਾ ਬਣਾਉਂਦੇ ਆ, ਫਿਰ ਉਹਦੀ ਪੇਂਟਿੰਗ, ਡਿਜ਼ਾਈਨਿੰਗ, ਸੋ ਔਨ ਹੁੰਦਾ। ਤਾਂ ਹੁਣ ਅਗਰ ਸਾਲ ਖਤਮ ਹੋ ਗਿਆ ਬਟ ਉਹ ਹਜੇ ਇਨ ਪ੍ਰੋਸੈਸ ਆ, ਮੀਨਸ ਕਾਟਨ ਤੋਂ ਥਰੈਡ ਬਣ ਗਿਆ ਬਟ ਥਰੈਡ ਤੋਂ ਹਜੇ ਕੱਪੜਾ ਨਹੀਂ ਬਣਿਆ, ਤਾਂ ਜਿਹੜਾ ਵਰਕ ਆ ਉਹ ਇਨ ਪ੍ਰੋਗਰੈਸ ਆ, ਤਾਂ ਉਹ ਜਿਹੜਾ ਸਟਾਕ ਆ ਉਹਨੂੰ ਅਸੀਂ ਲਾਵਾਂਗੇ ਸਟਾਕ ਆਫ ਵਰਕ ਇਨ ਪ੍ਰੋਗਰੈਸ। ਨੈਕਸਟ ਟਰਮ ਇਜ਼ ਸਟਾਕ ਆਫ ਫਿਨਿਸ਼ਡ ਗੁੱਡਸ। ਸਟਾਕ ਆਫ ਫਿਨਿਸ਼ਡ ਗੁੱਡਸ ਰਾਜੇ ਕੀ ਆ ਜਾਏਗਾ ਕਿ ਜੋ ਪ੍ਰੋਡਕਟ ਸਾਡਾ ਬਣ ਕੇ ਬਿਲਕੁਲ ਰੈਡੀ ਸੀ, ਵਿਚ ਆਰ ਰੈਡੀ ਟੂ ਸੇਲ ਇਨ ਮਾਰਕੀਟ, ਜਿਹੜਾ ਮਾਰਕੀਟ 'ਚ ਸੇਲ ਕਰਨ ਲਈ ਰੈਡੀ ਸੀ ਬਟ ਸਾਲ ਖਤਮ ਹੁੰਦੇ ਤੱਕ ਉਹ ਸੇਲ ਨਹੀਂ ਹੋਇਆ, ਅਨਸੋਲਡ ਰਹਿ ਗਿਆ, ਦੈਟ ਇਜ਼ ਆਵਰ ਸਟਾਕ ਆਫ ਫਿਨਿਸ਼ਡ ਗੁੱਡਸ। ਦੈਨ ਯੂਰ ਨੈਕਸਟ 16th ਟਰਮ ਇਜ਼ ਡੈਟਰ। ਡੈਟਰਸ ਕੌਣ ਹੁੰਦੇ ਰਾਜੇ, ਡੈਟਰਸ ਆਰ ਪਰਸਨ ਹੂ ਓਜ਼ ਮਨੀ ਟੂ ਦਾ ਬਿਜ਼ਨਸ। ਓਜ਼ ਮਨੀ ਟੂ ਮਤਲਬ ਜਿਹਨੇ ਪੈਸੇ ਬਿਜ਼ਨਸ ਨੂੰ ਦੇਣੇ ਆ, ਜਿਹੜੇ ਪਰਸਨ ਨੇ ਬਿਜ਼ਨਸ ਦੀ ਕੋਈ ਪੇਮੈਂਟ ਦੇਣੀ ਆ, ਜਿਹਦੀ ਕੋਈ ਪੇਮੈਂਟ ਪੈਂਡਿੰਗ ਆ, ਦੈਟ ਪਰਸਨ ਇਜ਼ ਕੰਸੀਡਰਡ ਐਜ਼ ਡੈਟਰ। ਜਿੱਦਾਂ ਹੁਣ ਜੋ ਵੀ ਬਿਜ਼ਨਸ ਅਗਰ ਉਹ ਸਪਲਾਇਰ ਨੂੰ ਉਧਾਰ ਸਮਾਨ ਸੇਲ ਕਰਦਾ, ਕਸਟਮਰ ਨੂੰ ਉਧਾਰ ਸਮਾਨ ਸੇਲ ਕਰਦਾ, ਇਟ ਮੀਨਸ ਉਹਨੇ ਕਸਟਮਰ ਤੋਂ ਪੈਸੇ ਹਜੇ ਲੈਣੇ ਆ ਨਾ। ਜੋ ਵੀ ਸਾਡਾ ਕਸਟਮਰ ਆ ਜਿਹਨੇ ਸਾਡੇ ਤੋਂ ਕ੍ਰੈਡਿਟ ਗੁੱਡਸ ਪਰਚੇਸ ਕੀਤੀ, ਉਹਨੇ ਸਾਨੂੰ ਪੈਸੇ ਦੇਣੇ ਆ, ਦੈਨ ਦੈਟ ਪਰਸਨ ਇਜ਼ ਅਵਰ ਡੈਟਰ। ਤਾਂ ਕ੍ਰੈਡਿਟ ਸੇਲ ਵਾਲੇ ਜਿੰਨੇ ਵੀ ਕਸਟਮਰਸ ਆ ਉਹ ਸਾਡੇ ਡੈਟਰਸ। ਨੈਕਸਟ ਟਰਮ ਇਜ਼ ਕ੍ਰੈਡੀਟਰ। ਕ੍ਰੈਡੀਟਰਸ ਰਾਜੇ ਕੌਣ ਹੁੰਦੇ ਆ, ਕ੍ਰੈਡੀਟਰਸ ਆਰ ਦੋਜ਼ ਪਰਸਨ ਹੂ ਓਜ਼ ਮਨੀ ਫਰੋਮ ਬਿਜ਼ਨਸ। ਜਿਹੜੇ ਬੰਦੇ ਨੇ ਬਿਜ਼ਨਸ ਤੋਂ ਪੈਸੇ ਲੈਣੇ ਆ, ਮੀਨਸ ਜਿਹਨੇ ਬਿਜ਼ਨਸ ਨੂੰ ਕੋਈ ਬੈਨੀਫਿਟ ਦਿੱਤਾ, ਬਿਜ਼ਨਸ ਦਾ ਕੋਈ ਕੰਮ ਕੀਤਾ ਬਟ ਬਿਜ਼ਨਸ ਨੇ ਹਜੇ ਤੱਕ ਉਹਨੂੰ ਪੇਮੈਂਟ ਨਹੀਂ ਕੀਤੀ। ਜਿੱਦਾਂ ਅਸੀਂ ਕਿਸੇ ਸਪਲਾਇਰ ਤੋਂ ਮਾਲ ਖਰੀਦ ਲਿਆ ਬਟ ਉਹ ਸਪਲਾਇਰ ਨੂੰ ਹਜੇ ਪੇਮੈਂਟ ਕਰਨ ਵਾਲੀ ਰਹਿੰਦੀ ਆ, ਤਾਂ ਉਹ ਪਰਸਨ ਨੂੰ ਅਸੀਂ ਕੀ ਕਵਾਂਗੇ, ਕ੍ਰੈਡੀਟਰ। ਨੈਕਸਟ ਟਰਮ ਇਜ਼ ਵਾਊਚਰ। ਵਾਊਚਰ ਅਜੇ ਕੀ ਹੁੰਦਾ, ਵਾਊਚਰ ਮੀਨਸ ਐਨੀ ਡਾਕੂਮੈਂਟ, ਐਨੀ ਪ੍ਰੂਫ ਆਫ ਯੂਰ ਟ੍ਰਾਂਜੈਕਸ਼ਨ। Voucher is any written document which is evidence or proof of your transaction, ਕਿ ਜੋ ਵੀ ਤੁਸੀਂ ਕਿਸੇ ਨਾਲ ਕੋਈ ਲੈਣ ਦੇਣ ਕੀਤਾ, ਉਹ ਲੈਣ ਦੇਣ ਦੀ ਜਿਹੜੀ ਸਲਿੱਪ ਹੁੰਦੀ ਆ, ਉਹ ਲੈਣ ਦੇਣ ਦਾ ਜਿਹੜਾ ਪ੍ਰੂਫ ਹੁੰਦਾ, ਉਹ ਪ੍ਰੂਫ ਨੂੰ ਅਸੀਂ ਕੀ ਕਹਿੰਦੇ ਆ, ਵਾਊਚਰ। ਫੋਰ ਐਗਜ਼ਾਮਪਲ ਤੁਸੀਂ ਸਕੂਲ 'ਚ ਫੀਸ ਭਰਦੇ ਹੋ, ਉੱਥੋਂ ਤੁਹਾਨੂੰ ਫੀਸ ਰਿਸਿਪਟ ਮਿਲਦੀ ਆ। ਤੁਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਂਦੇ ਹੋ, ਉੱਥੋਂ ਵੀ ਤੁਹਾਨੂੰ ਜਿਹੜਾ ਹੈਗਾ ਇੱਕ ਵਾਊਚਰ ਭਰਨ ਨੂੰ ਮਿਲਦਾ ਹੈਗਾ। ਤੁਸੀਂ ਸ਼ਾਪ ਤੋਂ ਕੁਝ ਖਰੀਦਦੇ ਹੋ, ਉੱਥੇ ਵੀ ਤੁਹਾਨੂੰ ਬਿੱਲ ਮਿਲਦਾ ਹੈਗਾ। ਤਾਂ ਕੋਈ ਵੀ ਬਿਜਲੀ ਦਾ ਬਿੱਲ ਭਰਦੇ ਹੋ, ਉੱਥੋਂ ਤੁਹਾਨੂੰ ਰਸੀਦ ਮਿਲਦੀ ਆ। ਜਦੋਂ ਤੁਸੀਂ ਕੋਈ ਪੇਮੈਂਟ ਕਰਦੇ ਹੋ, ਉਹਦੇ ਬਦਲੇ ਅਗਰ ਤੁਹਾਨੂੰ ਕੋਈ ਸਲਿੱਪ ਮਿਲਦੀ ਆ, ਕੋਈ ਸਮਾਨ ਪਰਚੇਸ ਕਰਨ ਬਦਲੇ ਸਲਿੱਪ ਮਿਲਦੀ ਆ, ਕੋਈ ਡਾਕੂਮੈਂਟ ਮਿਲਦਾ ਜਿਹੜਾ ਤੁਹਾਡੇ ਵਿੱਚ ਹੋਏ ਲੈਣ ਦੇਣ ਦਾ ਸਬੂਤ ਆ, ਪ੍ਰੂਫ ਆ, ਦੈਟ ਇਜ਼ ਯੂਅਰ ਵਾਊਚਰ। ਨੈਕਸਟ ਟਰਮ ਇਜ਼ ਡਿਸਕਾਊਂਟ। ਡਿਸਕਾਊਂਟ ਕੀ ਹੈ ਰਾਜੇ, ਡਿਸਕਾਊਂਟ ਮੀਨਸ ਵੈਨ ਬਿਜ਼ਨਸਮੈਨ ਅਲਾਉਡ ਐਨੀ ਕਾਈਂਡ ਆਫ ਰਿਡਕਸ਼ਨ ਇਨ ਯੂਅਰ ਪ੍ਰਾਈਸ ਆਫ ਯੂਅਰ ਪ੍ਰੋਡਕਟ। ਜਦੋਂ ਬਿਜ਼ਨਸਮੈਨ ਸਾਡੇ ਕਸਟਮਰ ਨੂੰ ਉਹਦੇ ਗੁੱਡਸ ਦੇ ਪ੍ਰਾਈਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲੈਸ ਕਰਦਾ, ਕੋਈ ਰਿਡਿਊਸ ਕਰਦਾ ਉਹਦਾ ਪ੍ਰਾਈਸ, ਤਾਂ ਰਿਡਿਊਸਡ ਪੋਰਸ਼ਨ ਨੂੰ ਅਸੀਂ ਕੀ ਕਹਿੰਦੇ ਆ, ਡਿਸਕਾਊਂਟ। ਐਨੀ ਕਾਈਂਡ ਆਫ ਰਿਡਕਸ਼ਨ ਇਨ ਪ੍ਰਾਈਸ ਆਫ ਗੁੱਡਸ ਬਾਈ ਦਾ ਬਿਜ਼ਨਸਮੈਨ ਟੂ ਦੇਅਰ ਰਿਸਪੈਕਟਿਵ ਕਸਟਮਰ, ਦੈਟ ਇਜ਼ ਕਾਲਡ ਡਿਸਕਾਊਂਟ। ਫੋਰ ਐਗਜ਼ਾਮਪਲ ਤੁਸੀਂ 1000 ਦੀਆਂ ਗੁੱਡਸ ਲਈਆਂ ਸੀ, ਅਗਰ ਤੁਹਾਡੇ ਤੋਂ 950 ਪੇਮੈਂਟ ਰਿਸੀਵ ਕੀਤੀ, ਦੈਨ ਜੋ 50 ਰੁਪੀਜ਼ ਆ ਉਹ ਤੁਹਾਡਾ ਕੀ ਹੋ ਗਿਆ, ਡਿਸਕਾਊਂਟ। ਡਿਸਕਾਊਂਟ ਦੀਆਂ ਵੀ ਸੇਮ 2 ਟਾਈਪਸ ਆ, ਟ੍ਰੇਡ ਡਿਸਕਾਊਂਟ ਐਂਡ ਕੈਸ਼ ਡਿਸਕਾਊਂਟ।
ट्रेड डिस्काउंट राजे की होएगा अगर तुहानू डिस्काउंट मिलता ड्यू टू परचेज इन बल्क क्वांटिटी, अगर तुसी ज़्यादा क्वांटिटी च समान खरीदो फिर तुहानू जिहड़ा डिस्काउंट दिता जाता दैट इज़ ट्रेड डिस्काउंट। फॉर एग्जाम्पल बुक सैलर कहता कि तुसी 12 रजिस्टर लै दो तो 1 रजिस्टर फ्री मिलेगा, तो तुहानू ज़्यादा क्वांटिटी खरीदण लई जिहड़ा हैगा मोटिवेट किया जा रहा फिर ही तुहानू डिस्काउंट मिल रहा, तो वो तुहाडा ट्रेड डिस्काउंट है। जिहड़ा ट्रेड डिस्काउंट उहनू बुक्स च किते शो नहीं किया जाता, उहनू डायरैक्टली लिस्ट प्राइस दे विचों माइनस कर दिंदे आ। बट कैश डिस्काउंट है जिहड़ा इहनू बुक्स च शो किया जाता। कैश डिस्काउंट कद लई हुंदा, कैश डिस्काउंट इज़ फॉर क्विक पेमेंट। अगर तुहानू जिहड़ा बिजनेसमैन आ तुहानू कहंदा कि इफ यू आर पेड इमीडिएटली, अगर तुसी सानू सारी पेमेंट हुणे कर दोगे एट द टाइम पेमेंट कर दोगे तो असीं तुहानू इन्ने % डिस्काउंट देवांगे, तो वो डिस्काउंट हो गया कैश डिस्काउंट। नैक्सट इज़ प्रोपराइटर। प्रोपराइटर कौन हुंदा राजे? प्रोपराइटर हुंदा मालक, ऑनर। तो जो परसन एक बिजनेस नूं स्टार्ट करदा, जिहड़ा बिजनेस नूं स्टार्ट करन दा आइडिया लैके आउंदा, बिजनेस दे विच सारा पैसा इन्वैसट करदा, बिजनेस दे विच आपदा टाइम इन्वैसट करदा, सारा रिस्क अपने सिर लैंदा हैगा, सारे प्रॉफिट्स वो लैंदा, दैट इज़ प्रोपराइटर ऑफ बिजनेस। Proprietor means any person who start any kind of business by investing money, time and take all kinds of risk, ਉਹਨੂੰ ਅਸੀਂ ਪ੍ਰੋਪਰਾਈਟਰ ਕਹਿੰਦੇ ਆ। अगर सोल प्रोपराइटरशिप आ, सोल ਦਾ मतलब ਕੀ ਹੁੰਦਾ ਕੱਲਾ, ਤਾਂ सोल प्रोपराइटरशिप 'ਚ ਇੱਕੋ ਪਰਸਨ ਹੋਏਗਾ ਜਿਹੜਾ ਸਾਰਾ ਪੈਸਾ ਇਨਵੈਸਟ ਕਰੇਗਾ, ਸਾਰਾ ਰਿਸਕ ਲਏਗਾ, ਤਾਂ ਉਹੀ ਕੱਲਾ ਪ੍ਰੋਪਰਾਈਟਰ ਆ। ਬਟ ਪਾਰਟਨਰਸ਼ਿਪ ਦੇ ਵਿੱਚ 2 ਔਰ ਮੋਰ ਪਰਸਨਸ ਹੋਣਗੇ ਜਿਹੜੇ ਇਕੱਠੇ ਹੋ ਕੇ ਪੈਸਾ ਲਾਉਣਗੇ, ਬਿਜ਼ਨਸ ਸਟਾਰਟ ਕਰਨਗੇ, ਤਾਂ ਉਹਦੇ 'ਚ 2 ਔਰ ਮੋਰ ਪ੍ਰੋਪਰਾਈਟਰਸ ਹੋਣਗੇ। ਨੈਕਸਟ ਇਜ਼ ਐਂਟਿਟੀ। एंटिटी रजे की है? एंटिटी दा मीनस कोई भी यूनिट है, कोई भी बिजनेस आ फॉर विच वी किप्ट बुक्स ऑफ अकाउंट्स, वी किप्ट प्रॉपर रिकॉर्ड्स, जिहदे प्रॉपर रिकॉर्ड्स मेनटेन हो रहे हैं, जिहदियां प्रॉपर बुक्स ऑफ अकाउंट्स बन रही हैं, उन्होंने असीं की कहने आ एंटिटी। जिद्दां हुण स्कूल दे विच प्रॉपर रिकॉर्ड्स बनदे आ कि किन्ने बच्चे आ, किहदी किन्नी फीस आ गई, किहदी किन्नी फीस रहिंदी आ, किहड़ी क्लास च मेन स्कूल भी एक एंटिटी आ। हॉस्पिटल च प्रॉपर रिकॉर्ड्स रहिंदे आ कि किन्ने पेशेंट आ गए, किन्ने इत्थे एडमिट आ, किन्ने जिहड़े हैगे आ, किन्निਆਂ ਨੂੰ डिस्चार्ज कर दिता गया। सिनेमा हॉल च रिकॉर्डिंग रहिंदी आ कि किहड़ी फिल्म लगी, किन्ने आए, किन्ने गए। या आपां किसी फैक्ट्री च जाने, उत्थे प्रॉपर रिकॉर्ड्स हुंदे कि किन्नी सेल हो गई, किन्नी परचेज हो गई, किन्ने इंप्लॉइज़ आ, किन्नी सैलरी आ। तो कोई भी बिजनेस यूनिट जिहदे लई प्रॉपर अकाउंट्स मेनटेन हो रहे आ, दैट इज़ एंटिटी। नैक्सट टर्म इज़ परचेज रिटर्न। हुण राजे परचेज का मतलब की सी? जो भी गुड्स असीं खरीददे सी फॉर रीसेल परपज़, दैन जो गुड्स तुसी परचेज कीतियां उन्हां च कोई डिफैक्ट निकल जे, उन्हां दी क्वालिटी सही ना निकले, जां तुहानूं टाइम ते सप्लाई ना मिले, लेट डिले जिहड़ी तुहानूं सप्लाई कीती जावे, इफ़ यू आर रिटर्न एनी काइंड ऑफ गुड्स टू यूर सप्लायर ड्यू टू डिफैक्ट, ड्यू टू नॉट गुड क्वालिटी, डिले इन सप्लाई, दैन दैट इज़ कॉल्ड परचेज रिटर्न और रिटर्न आउटवर्ड। सेल रिटर्न की आ? इफ़ आवर कस्टमर रिटर्न टू अस, जे साडा कस्टमर सानूं वापस कर जे, सेम रीजन कि तुहाडे प्रोडक्ट च कोई जिहड़ा हैगा डिफैक्ट निकल गया, जां जिद्दां दा तुसीं उन्हां नूं सैंपल दिखाया सी उदां दी चीज़ नहीं हैगी, जां तुसीं सप्लाई लेट कीती, उस रीजन करके अगर कस्टमर तुहानूं वापस करके जांदा, दैन दैट इज़ यूअर सेल रिटर्न और रिटर्न इनवर्ड। दैन डेबिट एंड क्रेडिट। डेबिट एंड क्रेडिट रजे कुछ एक्सट्रा नहीं हैगा, दीज बोथ आर जस्ट साइड्स ऑफ अकाउंट्स। जो अकाउंट की लैफ्ट साइड आ उन्होंने असी डेबिट कहने आ, जिन्हों असी DR ना डिनोट करते हैं। जो अकाउंट की राइट हैंड साइड आ उन्होंने असी क्रेडिट कहने आ, जिन्हों असी CR ना डिनोट करते हैं। क्लीयर? आई होप यू अंडरस्टैंड वैल। थैंक यू स्टूडेंट्स।